तीरथ तप दया दत दान, जी को पावै तिल का मान। सुनया मनया मन कीता भाव, अंतर्गत तीरथ मल नाव। सब गुण तेरे मैं नाही कोए, विण गुण कीते भगत न होए। स्वस्थ आथ बाणी बनवाओ, सत सुहान सदा मंचाओ। कवण सवेला वखत कवण, कवण थित कवण वार। कवण से रुति माहो कवण, जित होवा आकार। वेला पाइया पणती जे होवै लेख पुराण। वक्त न पायो कादियाँ, जे लिखन लेख कुरान। थितवार न जोगी जाने, रुत माहू न कोई। जा करता सृष्टि को साजे, आपे जाने सोई। क्यों कर आखा क्यों सालाही, क्यों वरनी क्यों जाना। नानक आखण सबको आखै, एक दू एक सियाणा। वड्डा साहेब वड्डी नाई, कीता जा का होवै। नानक जेको आपो जाने, अगे गया ना सो है। गुरु सवारे, गुरु दुलारे, सत्संगी जनों, बड़े प्यार ਅਤੇ ਅਦਬ ਦੇ ਨਾਲ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪਾਠ ਆਪ ਜੀ ਨੇ ਸਰਵਨ ਕੀਤਾ, ਇਹ ਪਾਠ ਜਪਜੀ ਸਾਹਿਬ ਜੀ ਦੀ 21ਵੀਂ ਪੌੜੀ ਦਾ ਹੈ। ਆਓ ਇਸ ਦੀ ਵਿਚਾਰ ਸਰਵਨ ਕਰੋ ਜੀ। ਇੰਡੀਅਨ ਟ੍ਰੈਡੀਸ਼ਨ ਦੇ ਮੁਤਾਬਕ ਭਾਰਤ ਦੇਸ਼ ਵਿੱਚ ਤੀਰਥਾਂ ਨੂੰ ਮਹਾਨਤਾ ਦਿੱਤੀ ਗਈ ਹੈ। ਤੀਰਥ ਦਾ ਮਤਲਬ ਜਿੱਥੇ ਕਿਸੇ ਜਪੀਸ਼ਵਰ, ਤਪੀਸ਼ਵਰ, ਅਵਤਾਰੀ ਪੁਰਸ਼, ਭਗਤ ਜਨਾਂ ਨੇ ਬੈਠ ਕੇ ਜਪ ਕੀਤਾ ਹੋਵੇ, ਤਪ ਕੀਤਾ ਹੋਵੇ। ਪ੍ਰਾਚੀਨ ਕਾਲ ਤੋਂ ਹੀ ਭਾਰਤ ਦੇਸ਼ ਵਿੱਚ ਮਨੌਤ ਇਹ ਰਹੀ ਹੈ ਕਿ ਜੇਕਰ ਤੀਰਥਾਂ 'ਤੇ ਜਾ ਕੇ ਇਸ਼ਨਾਨ ਕੀਤਾ ਜਾਏ, ਦਾਨ ਪੁੰਨ ਕੀਤਾ ਜਾਏ ਤਾਂ ਹਿਰਦੇ ਦੀ ਸ਼ੁੱਧੀ ਹੋ ਜਾਂਦੀ ਹੈ, ਅਧਿਆਤਮਕ ਮੰਡਲ ਦੀ ਤਰੱਕੀ ਹੁੰਦੀ ਹੈ, ਪ੍ਰਭੂ ਦੀ ਪ੍ਰਸੰਨਤਾ ਮਿਲਦੀ ਹੈ। ਜਗਤ ਗੁਰੂ ਬਾਬਾ ਨਾਨਕ ਨੇ ਇਹਨਾਂ ਤੀਰਥਾਂ ਦਾ ਭਰਮਣ ਕਰਕੇ ਲੋਕਾਂ ਨੂੰ ਤੀਰਥ ਦੀ ਸਹੀ ਰੂਪ ਰੇਖਾ ਦੀ ਜਾਣਕਾਰੀ ਦਿੱਤੀ। ਇਸ ਪੌੜੀ ਵਿੱਚ ਗੁਰਦੇਵ ਪਾਤਸ਼ਾਹ ਤੀਰਥਾਂ ਦਾ ਸਹੀ ਰੂਪ ਬਹੁਤ ਸੁੰਦਰ ਢੰਗ ਦੇ ਨਾਲ ਬਿਆਨ ਕਰਦੇ ਹਨ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲ ਕਾ ਮਾਨ। ਗੁਰਦੇਵ ਫਰਮਾਉਂਦੇ ਹਨ ਕਿ ਤੀਰਥ ਯਾਤਰਾ ਨਾਲ, ਤਪ ਨਾਲ, ਜਪ ਨਾਲ, ਪੁੰਨ ਨਾਲ, ਦਇਆ ਨਾਲ ਤਿਲ ਜਿੰਨਾ ਮਾਣ ਮਿਲਦਾ ਹੈ, ਇਹਨਾਂ ਨਾਲ ਕੋਈ ਵੱਡੀ ਕ੍ਰਾਂਤੀ ਮਨੁੱਖ ਦੇ ਜੀਵਨ ਵਿੱਚ ਨਹੀਂ ਵਾਪਰਦੀ। ਸਨਮਾਨ ਮਿਲ ਸਕਦਾ ਹੈ, ਪਰ ਇਹ ਸਨਮਾਨ ਡੇਂਜਰਸ ਹੋ ਸਕਦਾ ਹੈ, ਕਿਉਂਕਿ ਮਨੁੱਖ ਕਹਿ ਸਕਦਾ ਹੈ ਕਿ ਮੈਂ ਇੰਨੀਆਂ ਤੀਰਥ ਯਾਤਰਾਵਾਂ ਕੀਤੀਆਂ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਹੁਤ ਸੁੰਦਰ ਬਖਸ਼ਿਸ਼ ਕਰਦੇ ਹਨ। ਕਹਿੰਦੇ, ਤੀਰਥ ਜਾਓ ਤਾਂ ਹਾਂ ਹਾਂ ਕਰਤੇ, ਪੰਡਤ ਪੁੱਛੋ ਤਾਂ ਮਾਇਆ ਰਾਤੇ। ਸੋ ਅਸਥਾਨ ਬਤਾਵੋ ਮੀਤਾ, ਜਾਂ ਕਹਿ ਹਰ ਹਰ ਕੀਰਤਨ ਨੀਤਾ। ਸੰਗਤ ਜੀ, ਇੱਕ ਬਹੁਤ ਸੁੰਦਰ ਇਤਿਹਾਸਿਕ ਘਟਨਾ ਹੈ। ਭਾਰਤ ਤੋਂ ਇੱਕ ਸੰਨਿਆਸੀ ਚੀਨ ਗਿਆ। ਚੀਨ ਦਾ ਰਾਜਾ ਉਸਦੇ ਕੋਲ ਆਇਆ। ਉਸਨੇ ਬਹੁਤ ਦਾਨ ਪੁੰਨ ਕੀਤਾ ਸੀ, ਹਜ਼ਾਰਾਂ ਮੰਦਰ ਬਣਵਾਏ ਸੀ, ਲੱਖਾਂ ਗਰੀਬਾਂ ਦੀ ਮਦਦ ਉਸਨੇ ਕੀਤੀ ਸੀ। ਉਸਨੇ ਇਹ ਸਾਰਾ ਕੁਝ ਉਸ ਸੰਨਿਆਸੀ ਦੇ ਮੂਹਰੇ ਕਿਹਾ ਕਿ ਮੈਂ ਇਹ ਕੀਤਾ, ਮੈਂ ਇਹ ਕੀਤਾ। ਪਰ ਉਹ ਸੰਨਿਆਸੀ ਚੁੱਪ ਰਿਹਾ।
ਇਹ ਦੇਖ ਕੇ ਉਹ ਸਮਰਾਟ ਹੈਰਾਨ ਹੋਇਆ। ਅੰਤ ਵਿੱਚ ਉਸਨੇ ਪੁੱਛ ਹੀ ਲਿਆ ਕਿ ਮੇਰੇ ਇਸ ਸਾਰੇ ਪੁੰਨਾਂ ਦਾ, ਦਾਨਾਂ ਦਾ ਕੀ ਫਲ ਹੋਏਗਾ? What will be the result of all these donation of mine? ਉਸ ਸੰਨਿਆਸੀ ਨੇ ਕਿਹਾ, ਕੁਝ ਵੀ ਨਹੀਂ, there is nothing, ਤੂੰ ਮਹਾ ਨਰਕਾਂ ਵਿੱਚ ਪਵੇਂਗਾ। ਸੰਗਤ ਜੀ, ਉਹ ਰਾਜਾ ਹੈਰਾਨ ਹੋਇਆ, ਕਹਿਣ ਲੱਗਾ, ਸੰਨਿਆਸੀ ਜੀ ਤੁਸੀਂ ਹੋਸ਼ ਵਿੱਚ ਹੋ, ਕੀ ਕਹਿੰਦੇ ਹੋ? ਸੰਨਿਆਸੀ ਨੇ ਕਿਹਾ, ਪੁੰਨ ਨਾਲ ਤਾਂ ਕੋਈ ਅੜਚਣ ਨਹੀਂ, ਪਰ ਪੁੰਨ ਕੀਤਾ ਇਸ ਭਾਵ ਨਾਲ ਬਹੁਤ ਅੜਚਨ ਹੈ। ਪੁੰਨ ਹੋਇਆ, ਤੂੰ ਉਸ ਨੂੰ ਆਪਣੇ ਉੱਤੇ ਨਾ ਲੈ। ਜੇਕਰ ਆਪਣੇ ਉੱਤੇ ਲੈ ਲਿਆ ਤਾਂ ਪੁੰਨ ਵਿਅਰਥ ਹੋ ਗਿਆ, ਦਾਨ ਵਿਅਰਥ ਹੋ ਗਿਆ। ਹੁਣ ਦਵਾਈ ਹੀ ਜ਼ਹਿਰ ਹੋ ਗਈ। ਦਵਾਈ ਨੂੰ ਵੀ ਢੰਗ ਨਾਲ ਪੀਣਾ ਪੈਂਦਾ ਹੈ, ਨਹੀਂ ਤਾਂ ਦਵਾਈ ਵੀ ਜ਼ਹਿਰ ਹੋ ਜਾਂਦੀ ਹੈ। ਅਰਥਾਤ ਕਰਤਾ ਭਾਵ ਸਾਰੇ ਗੁਣਾਂ ਨੂੰ ਵਿਅਰਥ ਕਰ ਦਿੰਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਲਾਓ। ਗੁਰਦੇਵ ਫਰਮਾਉਂਦੇ ਹਨ ਕਿ ਉਹ ਪਰਿਪੂਰਨ ਪਰਮਾਤਮਾ ਦੇ ਨਾਮ ਨੂੰ ਸੁਣ ਕੇ ਮੰਨਣਾ ਅਤੇ ਮੰਨਦੇ ਹੋਏ ਮਨ ਵਿੱਚ ਉਸ ਦਾ ਭਾਵ ਪੈਦਾ ਕਰਨਾ ਅਥਵਾ ਉਸ ਦੇ ਪ੍ਰੇਮ ਵਿੱਚ ਲੀਨ ਹੋ ਜਾਣਾ, ਇਹ ਆਂਤਰਿਕ ਤੀਰਥ ਹੈ। ਇਸ ਪ੍ਰਕਾਰ ਦੇ ਤੀਰਥ ਵਿੱਚ ਮਨੁੱਖ ਦੇ ਇਸ਼ਨਾਨ ਕਰਨ ਨਾਲ ਜਨਮਾਂ ਜਨਮਾਂ ਦੀ ਮੈਲ ਉਤਰ ਸਕਦੀ ਹੈ। ਸਭ ਗੁਣ ਤੇਰੇ ਮੈਂ ਨਾਹੀ ਕੋਏ, ਵਿਣ ਗੁਣ ਕੀਤੇ ਭਗਤ ਨਾ ਹੋਏ। हे ਪਰਿਪੂਰਨ ਪਰਮਾਤਮਾ, ਸਾਰੇ ਗੁਣ ਤੇਰੇ ਵਿੱਚ ਹਨ, ਮੇਰੇ ਵਿੱਚ ਤਾਂ ਕੁਝ ਵੀ ਨਹੀਂ। ਸੰਗਤ ਜੀ, ਭਗਤ ਵਿੱਚ ਦਇਆ, ਸਤ, ਸੰਤੋਖ, ਸਹਿਨਸ਼ੀਲਤਾ, ਸਿਮਰਨ, ਸੇਵਾ ਆਦਿਕ ਗੁਣਾਂ ਦਾ ਹੋਣਾ ਅਤਿਅੰਤ ਆਵਸ਼ਕ ਹੈ। ਬਿਨਾਂ ਗੁਣਾਂ ਦੇ ਭਗਤੀ ਨਹੀਂ ਹੁੰਦੀ। ਸਵਸਥ ਆਠ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। हे ਨਿਰੰਕਾਰ, तेरी सदा जय होवे। तू आप ही बाणी है, तू आप ही ब्रह्मा है, तू सदा स्थिर है, सोहना है, सत्यम शिवम सुंदरम है, तेरे मन विच सदा खिड़ाओ है। कवण सुवेला वखत कवण, कवण थित कवण वार। गुरदेव फरमाउंदे हन, केड़ा ओ वेला ते वक्त सी, केड़ी थित सी, केड़ा दिन सी। कवण से रुति माहो कवण, जित होवा आकार। ਕਿਹੜੀਆਂ ਉਹ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ ਜਦੋਂ ਇਹ ਸੰਸਾਰ ਬਣਿਆ ਸੀ। ਵੇਲ ਨਾ ਪਾਈਆਂ ਪੰਡਤੀ, ਜੇ ਹੋਵੈ ਲੇਖ ਪੁਰਾਣ। ਕਦੋਂ ਇਹ ਸੰਸਾਰ ਬਣਿਆ ਉਸ ਸਮੇਂ ਦਾ ਪੰਡਤਾਂ ਨੂੰ ਵੀ ਪਤਾ ਨਾ ਲੱਗਾ, ਨਹੀਂ ਤਾਂ ਇਸ ਬਾਰੇ ਵੀ ਲਿਖਿਆ ਹੁੰਦਾ। ਵਕਤ ਨਾ ਪਾਈਓ ਕਾਦੀਆਂ, ਜੇ ਲਿਖਣ ਲੇਖ ਪੁਰਾਣ। ਉਸ ਸਮੇਂ ਦੀ ਕਾਜ਼ੀਆਂ ਨੂੰ ਵੀ ਖਬਰ ਨਾ ਲੱਗ ਸਕੀ, ਨਹੀਂ ਤਾਂ ਇਸ ਬਾਰੇ ਉਹ ਵੀ ਲੇਖ ਲਿਖ ਦਿੰਦੇ ਜਿਵੇਂ ਉਹਨਾਂ ਨੇ ਆਇਤਾਂ ਇਕੱਠੀਆਂ ਕਰਕੇ ਕੁਰਾਨ ਵਿੱਚ ਲਿਖਿਆ ਸੀ। ਥਿਤਵਾਰ ਨਾ ਜੋਗੀ ਜਾਣੈ, ਰੁਤਮਾਹੋ ਨਾ ਕੋਈ। ਤਾਰੀਖ ਅਤੇ ਦਿਨ ਜੋਗੀ ਵੀ ਨਹੀਂ ਜਾਣਦੇ ਕਿ ਕਦੋਂ ਤੋਂ ਨਿਰੰਕਾਰ ਤੋਂ ਆਕਾਰ ਬਣਿਆ। ਜਾ ਕਰਤਾ ਸ੍ਰਿਸ਼ਟੀ ਕੋ ਸਾਜੇ, ਆਪੇ ਜਾਣੈ ਸੋਈ। ਸਾਹਿਬ ਫਰਮਾਉਂਦੇ ਹਨ, ਕਦੋਂ ਤੋਂ ਨਿਰਗੁਣ ਤੋਂ ਸਰਗੁਣ ਅਰਥਾਤ ਨਿਰੰਕਾਰ ਤੋਂ ਸੰਸਾਰ ਬਣਿਆ, ਕਿਸੇ ਨੂੰ ਕੁਝ ਪਤਾ ਨਹੀਂ। ਜਿਸ ਕਰਤੇ ਨੇ ਇਸ ਸ੍ਰਿਸ਼ਟੀ ਨੂੰ ਸਿਰਜਿਆ ਹੈ, ਉਹੀ ਸਭ ਕੁਝ ਜਾਣਦਾ ਹੈ। ਕਿਵ ਕਰ ਆਖਾਂ ਕਿਉ ਸਾਲਾਹੀ, ਕਿਉਂ ਵਰਨੀ ਕਿਵ ਜਾਣਾ। ਸਾਹਿਬ ਫਰਮਾਉਂਦੇ ਹਨ, हे ਪ੍ਰਭੂ, ਮੈਂ ਤਾਂ ਬਿਲਕੁਲ ਗੁਣਹੀਨ ਹਾਂ, ਤੂੰ ਹੀ ਜਾਣਦਾ ਹੈ। ਮੈਂ ਤੈਨੂੰ ਕਿਸ ਤਰ੍ਹਾਂ ਸੰਬੋਧਿਤ ਕਰਾਂ,
ਕਿਹੜੇ ਸ਼ਬਦਾਂ ਨਾਲ ਆਖਾਂ, ਕਿਹੜੇ ਸ਼ਬਦਾਂ ਨਾਲ ਤੇਰੀ ਸਿਫਤ ਸਲਾਹ ਕਰਾਂ, ਕਿਹੜੇ ਸ਼ਬਦਾਂ ਨਾਲ ਤੇਰਾ ਵਰਣਨ ਕਰਾਂ, ਕਿਵੇਂ ਤੈਨੂੰ ਜਾਣਾ ਮੈਨੂੰ ਕੁਝ ਵੀ ਨਹੀਂ ਪਤਾ। ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ। ਗੁਰੂ ਨਾਨਕ ਸਾਹਿਬ ਕਹਿੰਦੇ ਹਨ, ਬਖਾਨ ਕਰਨ ਲਈ ਸਾਰੇ ਇੱਕ ਤੋਂ ਇੱਕ ਵੱਧ ਕੇ ਸਿਆਣੇ ਲੋਕ ਉਸ ਦਾ ਬਖਾਨ ਕਰਦੇ ਹਨ, ਪਰ ਸਾਰੇ ਬਖਾਨ ਅਧੂਰੇ ਹਨ। ਅਸਲੀ ਸਿਆਣਾ ਉਹੀ ਹੈ ਜਿਸ ਨੇ ਜਾਣ ਲਿਆ ਕਿ ਉਸ ਦਾ ਬਖਾਨ ਨਹੀਂ ਹੋ ਸਕਦਾ। ਵੱਡਾ ਸਾਹਿਬ ਵੱਡੀ ਨਾਹੀ, ਕੀਤਾ ਜਾਕਾ ਹੋਵੇ। ਉਹ ਸਾਹਿਬ ਮਹਾਨ ਹੈ, ਉਸ ਦਾ ਨਾਮ ਮਹਾਨ ਹੈ। ਸਭ ਕੁਝ ਕਰਨ ਵਾਲਾ ਉਹ ਹੈ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਨਾਨਕ ਜੇ ਕੋ ਆਪੋ ਜਾਣੈ, ਅੱਗੇ ਗਿਆ ਨਾ ਸੋ ਹੈ। ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਜਿਸ ਨੇ ਵੀ ਸੋਚਿਆ ਕਿ ਮੈਂ ਕੁਛ ਹਾਂ, ਉਹ ਉਸ ਪਰਮਾਤਮਾ ਦੇ ਅੱਗੇ ਜਾ ਕੇ ਸ਼ੋਭਾ ਨਹੀਂ ਪਾਉਂਦਾ। ਅਰਥਾਤ ਜਿਸ ਨੇ ਮੈਨੂੰ ਪਕੜਿਆ ਹੈ ਉਹ ਤੂੰ ਦੇ ਨੇੜੇ ਨਹੀਂ ਜਾ ਸਕਦਾ। ਜਬ ਹਮ ਹੋਤੇ ਤਬ ਤੂੰ ਨਹੀਂ, ਅਬ ਤੂੰ ਹੀ ਮੈਂ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।